ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਲਈ ਬਣਾਈ ਕਮੇਟੀ ਨੂੰ ਝਟਕਾ। ਭੁਪਿੰਦਰ ਸਿੰਘ ਮਾਨ ਨੇ ਕੀਤਾ ਕਮੇਟੀ ਤੋਂ ਅਲੱਗ ਹੋਣ ਦਾ ਐਲਾਨ। ਉਧਰ ਮਾਨ ਦੀ ਆਪਣੀ ਹੀ ਜਥੇਬੰਦੀ ਨੇ ਤੋੜਿਆ ਉਹਨਾਂ ਨਾਲੋਂ ਨਾਤਾ। ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੇ ਸਿਆਸਤ ਵੀ ਭਖੀ। ਸੁਖਬੀਰ ਬਾਦਲ ਨੇ ਕੈਪਟਨ ਤੇ ਲਗਾਏ 2 ਮੈਂਬਰਾਂ ਨੂੰ ਕਮੇਟੀ 'ਚ ਸ਼ਾਮਲ ਕਰਵਾਉਣ ਦੇ ਦੋਸ਼। ਪੰਜਾਬ ਕਾਂਗਰਸ ਨੇ ਦਿੱਤਾ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ। ਹਰਿਆਣਾ ਦੇ ਕਿਸਾਨਾਂ ਦਾ ਐਲਾਨ। 26 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਲਹਿਰਾਉਣ ਦੇਣਗੇ ਝੰਡਾ। ਰਾਜਪਾਲ ਨੇ ਕਿਸਾਨਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰਨ ਦੀ ਕੀਤੀ ਅਪੀਲ। ਸਾਧੂ ਸਿੰਘ ਧਰਮਸੋਤ ਨੇ ਵਿੰਨਿਆ ਹੇਮਾ ਮਾਲਿਨੀ ਤੇ ਨਿਸ਼ਾਨਾ। ਧਰਮਸੋਤ ਨੇ ਕਿਹਾ ਹੇਮਾ ਮਾਲਿਨੀ ਨੂੰ ਕਿਸਾਨੀ ਬਾਰੇ ਕੋਈ ਪਤਾ ਨਹੀਂ, ਆਪਣੇ ਆਪ ਨੂੰ ਜ਼ਿਆਦਾ ਦਿਮਾਗ ਵਾਲੀ ਸਮਝਣ ਦੀ ਗਲਤਫਹਿਮੀ ਨਾ ਪਾਲੇ ਹੇਮਾ ਮਾਲਿਨੀ। ਅਤੇ ਅੱਜ ਮਾਘੀ ਮੌਕੇ ਲੱਖਾਂ ਸ਼ਰਧਾਲੂ ਹੋਏ ਗੁਰੂ ਘਰਾਂ 'ਚ ਨਤਮਸਤਕ। ਸ੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀ ਗਈ 40 ਮੁਕਤਿਆਂ ਨੂੰ ਸ਼ਰਧਾਂਜਲੀ। ਸੰਗਤਾਂ ਨੇ ਠੰਡੇ ਪਾਣੀ 'ਚ ਕੀਤਾ ਇਸ਼ਨਾਨ। ਤੇ ਹੁਣ ਖਬਰਾਂ ਦਾ ਵਿਸਥਾਰ। ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਬਾਰੇ ਬਣਾਈ 4 ਮੈਂਬਰੀ ਕਮੇਟੀ ਵਿੱਚੋਂ ਭੁਪਿੰਦਰ ਸਿੰਘ ਮਾਨ ਬਾਹਰ ਹੋ ਗਏ ਨੇ। ਜਾਣਕਾਰੀ ਮੁਤਾਬਕ ਉਹਨਾਂ ਨੇ ਕਿਹਾ ਕਿ ਉਹ ਕਿਸਾਨ ਹਿੱਤਾਂ ਵਿੱਚ ਕਮੇਟੀ ਤੋਂ ਵੱਖ ਹੋ ਰਹੇ ਨੇ। ਮਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਹਨ ਅਤੇ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ ਵੀ ਨੇ। ਉਹ 1966 ਵਿੱਚ ਫਾਰਮਰ ਫਰੈਂਡ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ। ਦੱਸਦੀ ਕਿ ਮਾਨ ਦੀ ਜਥੇਬੰਦੀ ਦੀ ਪੰਜਾਬ ਇਕਾਈ ਨੇ ਅੱਜ ਹੀ ਉਹਨਾਂ ਤੋਂ ਨਾਤਾ ਤੋੜਨ ਦਾ ਐਲਾਨ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਕਿਸਾਨੀ ਮਸਲੇ ਦਾ ਹੱਲ ਕੱਢਣ ਲਈ ਬਣਾਈ ਗਈ ਕਮੇਟੀ ਨੂੰ ਛੱਡ ਦਿੱਤਾ ਹੈ। ਪਹਿਲੇ ਦਿਨ ਤੋਂ ਹੀ ਉਹਨਾਂ ਦਾ ਵਿਰੋਧ ਹੋ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਉਹ ਇਹਨਾਂ 3 ਖੇਤੀ ਕਾਨੂੰਨਾਂ ਦੇ ਹੱਕ 'ਚ ਨੇ। ਇਸ ਦਰਮਿਆਨ ਅੱਜ ਉਹ ਇਸ ਕਮੇਟੀ 'ਚੋਂ ਬਾਹਰ ਹੋ ਗਏ ਨੇ। ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜੇ ਨੇ, ਇਸ ਲਈ ਉਹ ਕਮੇਟੀ ਦਾ ਹਿੱਸਾ ਨਹੀਂ ਰਹਿਣਗੇ। ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਧਰ ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਦੀ ਪੰਜਾਬ ਇਕਾਈ ਨੇ ਉਹਨਾਂ ਵੱਲੋਂ ਆਪਣਾ ਨਾਤਾ ਤੋੜ ਲਿਆ। ਜਥੇਬੰਦੀ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਕੋਆਰਡੀਨੇਸ਼ਨ ਕਮੇਟੀ ਨਾਲ ਵੀ ਸਾਡਾ ਅੱਜ ਤੋਂ ਬਾਅਦ ਕੋਈ ਨਾਤਾ ਨਹੀਂ ਹੈ। ਮੀਆਂਪੁਰ ਨੇ ਕਿਹਾ ਕਿ ਭੁਪਿੰਦਰ ਸਿੰਘ ਮਾਨ ਬਿਨਾਂ ਕਿਸੇ ਨਾਲ ਸਲਾਹ ਕੀਤੇ ਸੁਪਰੀਮ ਕੋਰਟ ਦੀ ਕਮੇਟੀ ਵਿੱਚ ਸ਼ਾਮਲ ਹੋ ਗਏ। ਅਸੀਂ ਉਸ ਕਮੇਟੀ ਨੂੰ ਕੋਈ ਮਾਨਤਾ ਨਹੀਂ ਦਿੰਦੇ। ਸਾਡੇ ਨਾਲ ਇਹਦੇ ਬਾਰੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ, ਕੋਈ ਮੀਟਿੰਗ ਨਹੀਂ ਕੀਤੀ ਤੇ ਇਸੇ ਕਰਕੇ ਤਾਂ ਸਾਰੇ ਜਿੰਨੇ ਵੀ ਸਾਡੇ ਅਹੁਦੇਦਾਰ ਵਰਕਰ ਨੇ ਤੇ ਉਹਨਾਂ ਨੂੰ ਇਸੇ ਗੱਲ ਦੀ ਹੈਰਾਨੀ ਹੋਈ ਆ ਵੀ ਸਾਡੇ ਨਾਲ ਤਾਂ ਇਹਦੇ ਬਾਰੇ ਕੋਈ ਸਲਾਹ ਮਸ਼ਵਰਾ ਨਹੀਂ ਕੀਤੀ, ਨਾ ਮੇਰੇ ਨਾਲ ਤੇ ਨਾ ਬਾਕੀ ਕਿਸੇ ਹੋਰ ਸਾਡੇ ਸਾਥੀ ਨਾਲ। ਹਾਂ, ਜਥੇਬੰਦਕ ਤੌਰ ਤੇ ਸਾਡਾ ਹੁਣ ਕੋਈ ਸੰਬੰਧ ਨਹੀਂ ਰਿਹਾ, ਕਿਉਂਕਿ ਇਹਦੇ ਵਿੱਚ ਜਦੋਂ ਐਡਾ ਵੱਡਾ ਫੈਸਲਾ ਜਿਹੜਾ ਹੋ ਜਾਵੇ ਜਿੱਥੇ ਸਾਰੀਆਂ ਧਿਰਾਂ ਲੜ ਰਹੀਆਂ ਹੋਣ। ਅੱਜ ਸਾਰੇ ਇਹ ਜ਼ਿੰਦਗੀ ਮੌਤ ਦੀ ਲੜਾਈ ਆ ਕਿਸਾਨੀ ਦੀ, ਔਰ ਸਾਰੇ ਲੋਕਾਂ ਦਾ ਇਹ ਜਨ ਅੰਦੋਲਨ ਬਣ ਚੁੱਕਿਆ, ਜਿਹਦੇ ਵਿੱਚ ਸਾਰੇ ਲੋਕ ਸਮੂਹਿਕ ਤੌਰ ਤੇ ਲੜ ਰਹੇ ਹੋਣ। ਐਡਾ ਵੱਡਾ ਸਾਨੂੰ ਹੁੰਗਾਰਾ ਮਿਲ ਰਿਹਾ ਹੋਵੇ ਔਰ ਉਹ ਸਾਫ਼ ਕਹਿ ਰਹੇ ਹੋਣ ਕਿ ਸਾਨੂੰ ਕੋਈ ਸੋਧ ਮਨਜ਼ੂਰ ਨਹੀਂ ਕਿਸੇ ਵੀ ਕਿਸਮ ਦੀ, ਤਾਂ ਫਿਰ ਇਸ ਤਰ੍ਹਾਂ ਉਸ ਕਮੇਟੀ ਦਾ ਹਿੱਸਾ ਬਣਨਾ ਔਰ ਬਿਨਾਂ ਕਿਸੇ ਆਪਣੇ ਸਾਥੀਆਂ ਨਾਲ ਸਲਾਹ ਕੀਤੇ ਤੇ ਅਸੀਂ ਸਮਝਦੇ ਹਾਂ ਇੱਕ ਬਹੁਤ ਵੱਡਾ ਇਹ ਜਥੇਬੰਦੀ ਨਾਲ ਵੀ ਉਹਨਾਂ ਦਾ ਵਿਸ਼ਵਾਸਘਾਤ ਹੈ ਤੇ ਇਸ ਕਰਕੇ ਅਸੀਂ ਜਥੇਬੰਦਕ ਤੌਰ ਤੇ ਉਹਨਾਂ ਨਾਲ ਸੰਬੰਧ ਤੋੜੇ ਨੇ। ਦੱਸ ਦਈਏ ਕਿ ਭੁਪਿੰਦਰ ਸਿੰਘ ਮਾਨ ਵੱਲੋਂ ਸੁਪਰੀਮ ਕੋਰਟ ਦੀ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਉੱਤੇ ਸਾਰੇ ਪਾਸਿਓਂ ਦਬਾਅ ਪੈ ਰਿਹਾ ਸੀ। ਉਹਨਾਂ ਦੀ ਆਪਣੀ ਜਥੇਬੰਦੀ ਹੀ ਜਿੱਥੇ ਉਹਨਾਂ ਦਾ ਵਿਰੋਧ ਕਰ ਰਹੀ ਸੀ, ਉੱਥੇ ਹੀ ਉਹਨਾਂ ਨੂੰ ਕਾਨੂੰਨਾਂ ਦਾ ਸਮਰਥਕ ਦੱਸ ਕੇ ਸਿਆਸੀ ਪਾਰਟੀਆਂ ਨੇ ਵੀ ਰਾਜਨੀਤੀ ਸ਼ੁਰੂ ਕਰ ਦਿੱਤੀ ਸੀ। ਹੁਣ ਮਾਨ ਨੇ ਆਪਣੇ ਆਪ ਨੂੰ ਉਸ ਕਮੇਟੀ ਤੋਂ ਅਲੱਗ ਕਰਨ ਦਾ ਫੈਸਲਾ ਲੈ ਲਿਆ। ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰੋਪ ਲਗਾਇਆ ਕਿ ਕੋਰਟ ਦੀ ਬਣਾਈ ਕਮੇਟੀ ਵਿੱਚ 2 ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਨੇ। ਉਹਨਾਂ ਕਿਹਾ ਕਿ ਕਮੇਟੀ 'ਚ ਸ਼ਾਮਲ ਭੁਪਿੰਦਰ ਸਿੰਘ ਮਾਨ ਅਤੇ ਅਸ਼ੋਕ ਗੁਲਾਟੀ ਦੇ ਨਾਮ ਦੀ ਸਿਫਾਰਿਸ਼ ਕੈਪਟਨ ਵੱਲੋਂ ਕੀਤੀ ਗਈ। ਉਧਰ ਪੰਜਾਬ ਕਾਂਗਰਸ ਨੇ ਸੁਖਬੀਰ ਬਾਦਲ ਦੇ ਇਸ ਬਿਆਨ ਤੇ ਪਲਟਵਾਰ ਕੀਤਾ ਅਤੇ ਅਜਿਹੇ ਸਾਰੇ ਆਰੋਪਾਂ ਨੂੰ ਮੁੱਢੋਂ ਖਾਰਜ ਕਰ ਦਿੱਤਾ। ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਗਈ 4 ਮੈਂਬਰੀ ਕਮੇਟੀ ਦਾ ਪਹਿਲਾਂ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਨ ਅਤੇ ਹੁਣ ਇਸ ਉੱਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰੋਪ ਲਗਾਇਆ ਕਿ ਕੋਰਟ ਦੀ ਬਣਾਈ ਕਮੇਟੀ ਵਿੱਚ 2 ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਨੇ। ਫਰੀਦਕੋਟ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ
ਤੇ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਅੰਦੋਲਨ ਸਾਬੋਤਾਜ ਕਰਨ ਲਈ ਆਪਸ ਵਿੱਚ ਰਲੇ ਹੋਏ ਨੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਬੁੱਝ ਕੇ ਦੋ ਕਿਸਾਨ ਕਾਨੂੰਨ ਪੱਖੀ ਮਾਹਿਰਾਂ ਦੇ ਨਾਵਾਂ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਤਾਂ ਜੋ ਸੁਪਰੀਮ ਕੋਰਟ ਵੱਲੋਂ ਬਣਾਈ ਜਾਣ ਵਾਲੀ 4 ਮੈਂਬਰੀ ਕਮੇਟੀ ਪਹਿਲਾਂ ਹੀ ਕੇਂਦਰ ਸਰਕਾਰ ਦੇ ਪੱਖ ਵਿੱਚ ਝੁਕੀ ਹੋਵੇ। ਸੁਖਬੀਰ ਬਾਦਲ ਮੁਤਾਬਕ ਕਮੇਟੀ ਵਿੱਚ ਸ਼ਾਮਲ ਭੁਪਿੰਦਰ ਸਿੰਘ ਮਾਨ ਅਤੇ ਅਸ਼ੋਕ ਗੁਲਾਟੀ ਕੈਪਟਨ ਦੇ ਖਾਸਮ ਖਾਸ ਨੇ। ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਦੀ ਸੈਂਟਰ ਸਰਕਾਰ ਹੁਣ ਇਕੱਠੇ ਹੋ ਕੇ ਮੈਚ ਖੇਡ ਰਹੀ ਹੈ ਕਿਸਾਨੀ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ। ਕੈਪਟਨ ਦੀਆਂ ਕਮਜ਼ੋਰੀਆਂ ਸੈਂਟਰ ਕੋਲੇ ਉਹਦੇ ਹੱਥ 'ਚ ਹੈ। ਅੱਜ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਜਿਹੜੀ ਆ ਕਮੇਟੀ ਬਣਾਈ ਗਈ ਹੈ, ਜਿਹੜੀ ਬੜਾ ਅਨਫੋਰਚੂਨੇਟ ਹੈ ਜਿਹੜੀ ਕਮੇਟੀ ਬਣਾਈ ਗਈ ਹੈ। ਕੌਣ ਦੋ ਬੰਦੇ ਪਾਏ ਗਏ ਹੈ? ਇੱਕ ਪਾਇਆ ਹੈ ਭੁਪਿੰਦਰ ਸਿੰਘ ਮਾਨ। ਉਹ ਕੌਣ ਹੈ ਭੁਪਿੰਦਰ ਸਿੰਘ ਮਾਨ? ਉਹ ਕੈਪਟਨ ਅਮਰਿੰਦਰ ਸਿੰਘ ਦਾ ਮੈਨੂੰ ਲੱਗਦਾ ਬੈਸਟ ਫਰੈਂਡ ਕਹਿ ਦਿਓ, ਸਭ ਤੋਂ ਨਜ਼ਦੀਕੀ ਦੋਸਤ। ਉਹਦੇ ਬੇਟੇ ਨੂੰ ਹੁਣੀ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਤੇ ਉਹ ਜਦੋਂ ਉਹਨਾਂ ਦੀ ਕਿਸਾਨ ਯੂਨੀਅਨ ਹੈ ਉਹ ਲਗਾਤਾਰ ਕਾਂਗਰਸ ਨੂੰ ਸਪੋਰਟ ਕਰਦੀ ਰਹੀ ਹੈ। ਉਹਦੀਆਂ ਆਫੀਸ਼ੀਅਲੀ ਇਲੈਕਸ਼ਨ ਦੇ ਸਟੇਟ ਪਖਵਾਰਾਂ ਦੀ ਬਿਆਨ ਦੇ ਦੇਣਾ ਤੇ ਸਾਰੀਆਂ ਉਹਨਾਂ ਫੋਟੋਆਂ ਦੇ ਦੇਣਾ। ਜਾਖੜ ਸਾਹਿਬ ਇਕੱਠੇ ਹੈ, ਇੱਕੋ ਚੀਜ਼ ਹੈ। ਉਹ ਕੈਪਟਨ ਕਿਉਂਕਿ ਪੰਜਾਬ ਦਾ ਉਹਨਾਂ ਮੰਗੇ ਹੋਣੇ ਕਿ ਪੰਜਾਬ ਦੇ ਦੋ ਨਾਂ ਦੇ ਕੈਪਟਨ ਸਾਹਿਬ ਮੈਂ ਆਪਣੇ ਬੰਦੇ ਦੇ ਦੇਣਾ ਕਿ ਤੁਸੀਂ ਗੱਲ ਕਰ ਲਓ। ਦੂਜਾ ਜਿਹੜਾ ਹੈਗਾ ਅਸ਼ੋਕ ਗੁਲਾਟੀ। ਅਸ਼ੋਕ ਗੁਲਾਟੀ ਉਹ ਹੈ ਜਿਹੜਾ ਹੁਣੀ ਕੈਪਟਨ ਅਮਰਿੰਦਰ ਸਿੰਘ ਨੇ ਰਿਫਾਰਮਸ ਐਗਰੀਕਲਚਰ ਰਿਫਾਰਮਸ ਦੀ ਕਮੇਟੀ ਬਣਾਈ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਮਨ ਸੇਮ ਹੈ ਆ ਕਾਨੂੰਨਾਂ ਦੇ ਅਗੇਂਸਟ। ਤੁਸੀਂ ਜਾਣਦੇ ਹੋ ਕਿ 2017 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਸੀ ਤੇ ਚੋਣ ਪੱਤਰ ਕੱਢਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਤਿੰਨੇ ਕਾਨੂੰਨ ਜੋ ਅੱਜ ਬੀਜੇਪੀ ਦੇ ਕਾਨੂੰਨ ਲਿਆਂਦੇ ਆ ਤਿੰਨੇ ਕਾਨੂੰਨ ਆਪਣੇ ਚੋਣ ਪੱਤਰ 'ਚ ਲਿਖ ਕੇ ਕਿਹਾ ਸੀ ਕਿ ਜਦੋਂ ਮੇਰੀ ਸਰਕਾਰ ਆਊਗੀ ਤੇ ਮੈਂ ਉਹ ਲਾਗੂ ਕਰੂੰਗਾ। ਦੂਜੇ ਪਾਸੇ ਕਾਂਗਰਸ ਨੇ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੀ ਕਰੜੀ ਨਿਖੇਧੀ ਕੀਤੀ ਹੈ। ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਬਣੇ ਹੋਣ ਉਹ ਦੂਜਿਆਂ ਉੱਤੇ ਪੱਥਰ ਨਹੀਂ ਸੁੱਟਦੇ। ਵੇਰਕਾ ਮੁਤਾਬਕ ਬਾਦਲ ਦਾ ਪੂਰਾ ਪਰਿਵਾਰ ਹੀ ਖੇਤੀ ਕਾਨੂੰਨਾਂ ਦੀ ਪੈਰਵਾਈ ਕਰ ਰਿਹਾ ਸੀ। ਕਿਸਾਨਾਂ ਦੇ ਦਬਾਅ ਤੋਂ ਬਾਅਦ ਉਹਨਾਂ ਆਪਣਾ ਫੈਸਲਾ ਬਦਲਿਆ। ਵੇਰਕਾ ਨੇ ਕਿਹਾ ਕਿ ਕਿਸੇ ਦਾ ਨਜ਼ਦੀਕੀ ਹੋਣਾ ਕੁਝ ਗਲਤ ਨਹੀਂ ਹੈ, ਪਰ ਮੁੱਖ ਮੰਤਰੀ ਵੱਲੋਂ ਕਿਸੇ ਦੇ ਨਾਮ ਦੀ ਸਿਫਾਰਿਸ਼ ਕਮੇਟੀ ਮੈਂਬਰ ਬਣਾਉਣ ਲਈ ਨਹੀਂ ਕੀਤੀ ਗਈ। ਬਈ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਨਾ ਉਹ ਦੂਜੇ ਦੇ ਘਰਾਂ 'ਚ ਪੱਥਰ ਨਹੀਂ ਮਾਰਦੇ। ਸੁਖਬੀਰ ਬਾਦਲ ਜੀ, ਤੁਹਾਡੇ ਇਤਿਹਾਸ ਤੇ ਤੁਹਾਡੀ ਕਰਤੂਤ ਨੂੰ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਜਾਣਦਾ। ਆ ਸਾਰਾ ਟੱਬਰ ਤੁਸੀਂ ਬਿੱਲਾਂ ਦੇ ਹੱਕ ਦੇ ਵਿੱਚ ਇਹ ਪ੍ਰਚਾਰ ਕਰਦੇ ਰਹੇ ਹੋ ਬੜਾ ਲੰਬਾ ਸਮਾਂ ਤੱਕ। ਜਦੋਂ ਹਰਸਿਮਰਤ ਕੌਰ ਬਾਦਲ ਨੂੰ ਬਾਹਰ ਕੱਢ ਦਿੱਤਾ ਉਦੋਂ ਗੁੱਸੇ ਦੇ ਨਾਲ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੋ, ਨਹੀਂ ਤੁਸੀਂ ਕੇਂਦਰ ਸਰਕਾਰ ਦੇ ਏਜੰਟ ਸੋ। ਦੂਸਰੀ ਗੱਲ ਇਹ ਹੈ, ਜਿੱਥੋਂ ਤੱਕ ਇਹ ਗੱਲ ਹੈ ਕਿ 2 ਮੈਂਬਰ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਸਾਹਿਬ ਦੇ ਨਜ਼ਦੀਕ ਹੈ। ਬਈ ਕਿਸੇ ਦੇ ਨਜ਼ਦੀਕ ਹੋਣਾ ਕੋਈ ਬੁਰੀ ਗੱਲ ਹੈ? ਕਾਂਗਰਸ ਪਾਰਟੀ ਦਾ ਸਿੱਧਾ ਸਟੈਂਡ ਹੈ, ਅਸੀਂ ਕੇਂਦਰ ਦੇ ਖਿਲਾਫ ਹਾਂ, ਅਸੀਂ ਬਿੱਲਾਂ ਦੇ ਖਿਲਾਫ ਹਾਂ, ਅਸੀਂ ਕਿਸਾਨਾਂ ਦੇ ਹੱਕ 'ਚ ਹਾਂ ਤੇ ਤੁਸੀਂ ਕਿਸਾਨਾਂ ਦੇ ਖਿਲਾਫ ਹੋ, ਤੁਸੀਂ ਬਿੱਲਾਂ ਦੇ ਹੱਕ 'ਚ ਹੋ। ਇਹ ਕਮੇਟੀ ਸੁਖਬੀਰ ਬਾਦਲ ਜੀ ਇਹ ਬਣਾਈ ਸੁਪਰੀਮ ਕੋਰਟ ਨੇ, ਇਹ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਨਹੀਂ ਬਣਾਈ ਔਰ ਇਸ ਕਮੇਟੀ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ 2 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨੀ ਹੈ, ਪਰ ਉਸ ਤੋਂ ਪਹਿਲਾਂ ਹੀ ਇਸ ਕਮੇਟੀ ਦੇ ਮੈਂਬਰਾਂ ਉੱਤੇ ਵਿਵਾਦ ਪੈਦਾ ਹੋ ਗਿਆ ਹੈ। ਕਮੇਟੀ 'ਚ ਸ਼ਾਮਲ ਸਾਰੇ ਹੀ ਮੈਂਬਰ ਖੇਤੀ ਕਾਨੂੰਨਾਂ ਦੇ ਸਮਰਥਕ ਦੱਸੇ ਜਾ ਰਹੇ ਨੇ ਅਤੇ ਕਿਸਾਨ ਆਗੂਆਂ ਨੇ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਮਿਲਣ ਤੋਂ ਪਹਿਲਾਂ ਹੀ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਵੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ 26 ਜਨਵਰੀ ਨੂੰ ਦਿੱਲੀ ਅੰਦਰ ਦਾਖਲ ਹੋਣਗੇ ਅਤੇ ਪ੍ਰਧਾਨ ਮੰਤਰੀ ਨੂੰ ਝੰਡਾ ਨਹੀਂ ਲਹਿਰਾਉਣ ਦੇਣਗੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਮੁਤਾਬਕ 26 ਜਨਵਰੀ ਦਾ ਮਾਰਚ ਦਿੱਲੀ ਦੀਆਂ ਸਰਹੱਦਾਂ ਤੇ ਹੋਵੇਗਾ ਅਤੇ ਇਸ ਦੌਰਾਨ ਸਾਰੇ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨਗੇ। ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਅੱਜ ਵੀ ਦੇਸ਼ ਵਿੱਚ ਕਈ ਥਾਈਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਹਰਿਆਣਾ ਦੇ ਰੋਹਤਕ 'ਚ ਕਿਸਾਨਾਂ ਨੇ ਕਾਪੀਆਂ ਫੂਕਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ 26 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਦੇ ਸਾਰੇ ਪਿੰਡ ਖਾਲੀ ਹੋ ਜਾਣਗੇ ਕਿਉਂਕਿ ਕਿਸਾਨ ਆਪਣੇ ਨਾਲ ਭੇਡਾਂ, ਬੱਕਰੀਆਂ, ਗਾਵਾਂ, ਮੱਝਾਂ ਤੇ ਪਰਿਵਾਰਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚਣਗੇ। ਕਿਸਾਨਾਂ ਨੇ ਕਿਹਾ ਕਿ ਜੇਕਰ ਖੇਤੀ ਕਾਨੂੰਨ ਵਾਪਸ ਨਾ ਲਏ ਗਏ ਤਾਂ ਉਹ ਪ੍ਰਧਾਨ ਮੰਤਰੀ ਨੂੰ ਝੰਡਾ ਵੀ ਨਹੀਂ ਲਹਿਰਾਉਣ ਦੇਣਗੇ।
ਕਿਸਾਨਾਂ ਮੁਤਾਬਕ ਹੁਣ ਸਰਕਾਰ ਕੋਲ ਦੋ ਹੀ ਰਸਤੇ ਨੇ, ਉਹ ਜਾਂ ਤਾਂ ਕਾਨੂੰਨ ਵਾਪਸ ਲਵੇ ਅਤੇ ਫਿਰ ਜਾਂ ਉਹਨਾਂ ਨੂੰ ਮਾਰ ਮੁਕਾਵੇ। भर्तियाँ इसलिए जो है ना ये कानून दे जो बना के ये बेच रखे थे, हमने ये मंजूर नहीं दे। गवर्नमेंट है ना हमारे ऊपर जोर जबरदस्ती न थापण का काम कर रही थी, हमने ये ना मंजूर कर दिया, हमने ये फूक दिए हैं। और जब तक हमारी मांग नहीं मानी जाती, जब तक हमारे धरने और जो है ना हमारा प्रदर्शन जोर और शोर दोनों तरीके मतलब चालू रहेगा। 26 जनवरी ने जितने भी गांव गंवाड़ पंचायत किसान मजदूर सब इकट्ठे हो गए, हम दिल्ली में बढ़ाएंगे और हम प्रधानमंत्री ने झंडा दा ही नहीं फहराने देंगे जब ये हमारे कानून नहीं मांगे गए। भैंस बकरी सब दिल्ली, गाय भैंस बकरी हमारे जितने छोटे बालक हैं जो साथी जो भी हैं हमारे लेडीज सब कुछ मतलब दिल्ली जाके पहुंचेगा। न्यू मान लो एक तरह देना हरियाणा पंजाब जिस तरह से बिल्कुल खाली रहेगा, सब के हमारा दिल्ली जाओगा। हमारी भेड़ बकरी जो पालनियाँ हैं वह भी दिल्ली रहेंगे, मजदूर सब कुछ दिल्ली पहुंचेगा। ट्रैक्टर ट्रेली लेगा, कोई किसी बस साइकिल का साधन साइकिल लेगा, कोई बग्गी ले रहा था बग्गी लेगा भी, और किसी के पास खच्चर रेडी है वो लेगा भी। दिल्ली घुसने का काम कराएंगे हम, बस हमारे दौरे एक क्या चीज़ रहेगी, या तो सरकार मान जावे या हमने मार दे, कुछ भी कर ले, मतलब हम मानने वाले नहीं है। ਉਧਰ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਉੱਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕਣ ਤੋਂ ਬਾਅਦ ਬੈਠਕ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ 24 ਜਨਵਰੀ ਨੂੰ ਕਰਨਾਲ ਤੋਂ ਕਰੀਬ 15,000 ਟਰੈਕਟਰ ਟਰਾਲੀਆਂ ਦਿੱਲੀ ਲਈ ਰਵਾਨਾ ਹੋਣਗੀਆਂ, ਜੋ ਉੱਥੇ ਟਰੈਕਟਰ ਪਰੇਡ ਵਿੱਚ ਭਾਗ ਲੈਣਗੀਆਂ। ਇਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। जो 26 तारीख की रणनीति ये बनाई गई है, जो दिल्ली का हमारा प्रस्तावित जो गणतंत्र दिवस का एक ट्रैक्टर परेड है, उसको लेकर आज करनाल ज़िले की मीटिंग थी। 100 के करीब हमारे जो मेन कार्यकर्ता हैं वो आए थे, उसमें सर्वसहमति से कुछ फैसले हुए हैं, जिसमें एक तो करनाल ज़िला 24 तारीख को कूच करेगा, 24 को चलेगा, 24 शाम तक दिल्ली पहुंच जाएगा। एक तो फैसला ये हुआ है। दूसरा फैसला जीटी रोड पर जहाँ से पानीपत ज़िला स्टार्ट होता है पेप्सी पुल, वहाँ से सर्विस रोड पर इकट्ठे होंगे और वहाँ से हज़ारों की संख्या में ट्रैक्टर जब पूरे ज़िले के आ जाएंगे फिर आके दिल्ली की ओर कूच किया जाएगा। कुछ और हिदायत भी दी गई हैं, चलना कैसे है। गांव में 11 मेंबरी हर गांव में कमेटी बनाने जा रहे हैं, जो कमेटी सारे आंदोलन को गांव में संभालेगी, फिर ऊपर ब्लॉक स्तर पर कमेटी है, फिर जिले स्तर पे है, और पूरे प्लानिंग के साथ इस आंदोलन को लड़ेंगे। 15,000 से ऊपर का टारगेट लेके चल रहे हैं और हमें पूरी उम्मीद है, जैसे हमने 6 जनवरी को ट्रैक्टर मार्च निकाला था, इतना जोश है। पूरे करनाल ज़िले का कोई ट्रैक्टर घर नहीं रहने वाला, हर घर से एक व्यक्ति जरूर जाएगा। आज करनाल ज़िले की 26 तारीख को जो दिल्ली कूच करना था, हमने उसकी मीटिंग रखी गई थी। सभी पदाधिकारी आए गए थे, ब्लॉक के ज़िले के सभी की रणनीति बनाई गई है कि 26 तारीख को हम दिल्ली कैसे कूच करेंगे, और जिस हिसाब से ब्लॉक की प्रधानों की ड्यूटी लगाई गई है, कितने ट्रैक्टर होंगे, किस हिसाब से होंगे, और 24 तारीख को हमारा यहाँ से जाना है दिल्ली कूच के लिए। ਦੱਸ ਦਈਏ ਕਿ ਕਿਸਾਨ ਆਗੂ ਬਲਵੀਰ ਸਿੰਘ ਰਾਚੇਵਾਲ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਰਾਚੇਵਾਲ ਨੇ ਕਿਸਾਨਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ 3 ਖੇਤੀ ਕਾਨੂੰਨਾਂ ਵਿਰੁੱਧ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਕੌਮੀ ਰਾਜਧਾਨੀ ਦੇ ਅੰਦਰ ਨਹੀਂ ਸਗੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਹੋਵੇਗੀ। ਉਹਨਾਂ ਕਿਹਾ ਕਿ ਸਾਰਿਆਂ ਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਤੇ ਗਲਤ ਬਿਆਨਬਾਜ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਸਾਨ ਅੰਦੋਲਨ ਬਾਰੇ ਟਿੱਪਣੀ ਕਰਕੇ ਭਾਜਪਾ ਦੀ ਸੰਸਦ ਮੈਂਬਰ ਤੇ ਫਿਲਮ ਅਦਾਕਾਰ ਹੇਮਾ ਮਾਲਿਨੀ ਕਸੂਤੀ ਫਸ ਗਈ ਹੈ। ਜਿੱਥੇ ਕਿਸਾਨ ਹੇਮਾ ਮਾਲਿਨੀ ਦਾ ਉਸ ਬਿਆਨ ਕਾਰਨ ਵਿਰੋਧ ਕਰ ਰਹੇ ਨੇ, ਉੱਥੇ ਹੀ ਸਿਆਸੀ ਆਗੂ ਵੀ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹੇਮਾ ਮਾਲਿਨੀ ਨੂੰ ਸਿਰਫ ਫਿਲਮਾਂ ਦਾ ਪਤਾ ਹੈ, ਉਹਨਾਂ ਨੂੰ ਕਿਸਾਨੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਧਰਮਸੋਤ ਮੁਤਾਬਕ ਜੇਕਰ ਹੇਮਾ ਮਾਲਿਨੀ ਇਹ ਸੋਚਦੀ ਹੈ ਕਿ ਸਿਰਫ ਉਹ ਹੀ ਦਿਮਾਗ ਵਾਲੀ ਹੈ ਤਾਂ ਇਹ ਉਸ ਦੀ ਵੱਡੀ ਗਲਤਫਹਿਮੀ ਹੈ। ਬੀਬੀ ਤੈਨੂੰ ਫਿਲਮਾਂ ਤੱਕ ਪਤਾ ਹੈ, ਗੱਲ ਇਹ ਹੈ ਤੈਨੂੰ ਤੇ ਇਹ ਨਹੀਂ ਪਤਾ ਲੱਗਦਾ ਕਣਕ ਦੀ ਬੱਲੀ ਧਰਤੀ 'ਚ ਲੱਗਦੀ ਹੈ ਕਿ ਉੱਪਰ ਲੱਗਦੀ ਹੈ। ਕਣਕ ਦੇ ਬੂਟੇ ਨਿੰਮ ਜਿੱਡੇ ਹੁੰਦੇ ਆ ਕਿ ਥੱਲੇ ਹੁੰਦੇ ਆ, ਕਿਹੜੇ ਵੇਲੇ ਝੋਨਾ ਲੱਗਦਾ, ਕਿਹੜੇ ਵੇਲੇ ਵੱਢਿਆ ਜਾਂਦਾ। ਭਾਈ ਤੂੰ ਆਪਣੇ ਉੱਥੇ ਆ ਕੰਮ ਫਿਲਮ ਇੰਡਸਟਰੀ ਦਾ ਕਰ, ਇਹ ਤੇਰੇ ਵੱਸ ਦੀ ਗੱਲ ਨਹੀਂ। ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ, ਪੰਜਾਬ ਦੇ ਕਿਸਾਨਾਂ ਨੂੰ ਪਤਾ, ਜਿਨ੍ਹਾਂ ਨੂੰ ਕਿਸਾਨਾਂ ਨਾਲ ਦਰਦ ਹੈ ਨਾ ਉਹਨੂੰ ਪਤਾ ਇਹ ਬਿੱਲ ਕੀ ਨੇ। ਤੂੰ ਕਹੀ ਜਾਂਦੀ ਹੈ ਵੀ ਕਿਸਾਨਾਂ ਨੂੰ ਪਤਾ ਹੀ ਨਹੀਂ ਕੀ ਬਿੱਲ ਨੇ। ਇਹ ਸਾਰਾ ਪੰਜਾਬ, ਪੂਰੇ ਹਿੰਦੁਸਤਾਨ ਦਾ ਕਿਸਾਨ ਤੇ ਮਜ਼ਦੂਰ ਇੰਡਸਟਰੀਅਲਿਸਟ ਉੱਥੇ ਇਕੱਠਾ ਹੋਇਆ ਹੈ ਤੇ ਸਾਰੇ ਬਿਨਾਂ ਦਿਮਾਗ ਤੋਂ ਬੀਬੀ ਹੇਮਾ ਮਾਲਿਨੀ ਹੋਈ ਗਲੀ ਦਿਮਾਗ ਵਾਲੀ। ਟਿਕਰੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇੱਕ ਹੋਰ ਸਹੂਲਤ ਮਿਲ ਗਈ ਹੈ। ਸ੍ਰੀ ਮੁਕਤਸਰ ਸਾਹਿਬ ਤੋਂ 6 ਦੋਸਤ ਇੱਥੇ ਅੰਦੋਲਨ ਕਰ ਰਹੇ ਕਿਸਾਨਾਂ ਲਈ 150 ਮੰਜੇ ਲੈ ਕੇ ਪਹੁੰਚੇ ਨੇ। ਇਹਨਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਤੇ ਦਿਵਿਆਂਗਾਂ ਨੂੰ
ਟਰਾਲੀ ਵਿੱਚ ਸੌਣ ਵਿੱਚ ਮੁਸ਼ਕਿਲ ਹੁੰਦੀ ਹੈ, ਹੁਣ ਇਹ ਉਹਨਾਂ ਮੰਜਿਆਂ ਤੇ ਬੈਠ ਅਤੇ ਸੌਂ ਸਕਦੇ ਨੇ। ਇਹਨਾਂ ਨੌਜਵਾਨਾਂ ਨੇ ਇੱਥੇ ਆਉਣ ਵਾਲੇ ਹੋਰ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਲੰਗਰ ਸਮੱਗਰੀ ਦੇ ਨਾਲ ਹੀ ਮੰਜੇ ਵੀ ਲੈ ਕੇ ਪਹੁੰਚਣ ਤਾਂ ਕਿ ਇੱਥੇ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਹਾਂ ਜੀ। ਅਸੀਂ 150 ਮੰਜੇ ਦੀ ਸੇਵਾ ਕਰਨ ਆਏ ਹਾਂ। ਅਸੀਂ ਇਹ ਉਪਰਾਲਾ ਛੋਟਾ ਜਿਹਾ ਹੀ ਕਰਕੇ ਕੀਤਾ ਸੀ ਵੀ ਤਾਂ ਜੋ ਆਪਾਂ ਇਹ ਵੀ ਦੱਸ ਸਕੀਏ ਵੀ ਆਪਾਂ ਨੂੰ ਇੱਥੇ ਲੰਗਰ ਦੀ ਸੇਵਾ ਦੇ ਨਾਲ ਨਾਲ ਪੈਣ ਦੀ ਦਿੱਕਤ ਵੀ ਆ ਰਹੀ ਆ, ਉਹਨਾਂ ਵਾਸਤੇ ਆਪਾਂ ਮੰਜੇ ਲੈ ਕੇ ਆਜੇ ਤੇ ਜਿਹੜੇ ਕੋਈ ਬਜ਼ੁਰਗ ਹੈਗੇ ਆ ਜਾਂ ਕੋਈ ਅੰਗਹੀਨ ਹੈਗੇ ਆ ਉਹ ਰਾਤ ਨੂੰ ਪੈਣ 'ਚ ਸੌਖੇ ਰਹਿਣ ਜਾਂ ਅੰਦਰ ਬਾਹਰ ਬੈਠਣਾ ਹੋਵੇ ਉਹ ਬੈਠ ਸਕਣ। ਅਸੀਂ ਇੱਥੋਂ 400 ਕਿਲੋਮੀਟਰ ਤੇ ਚੱਲ ਕੇ ਆਏ ਹਾਂ ਜੀ। आंदोलन कब तक चलेगा? ਦੇਖੋ ਜੀ ਹੁਣ ਜਿੰਨਾ ਚਿਰ ਮੋਦੀ ਨਹੀਂ ਮੰਨਦਾ ਉਹਨਾਂ ਦਾ ਚੱਲੂਗਾ ਹੀ ਜੀ। ਜਿੱਦੇ ਕਾਨੂੰਨ ਰੱਦ ਹੋ ਗਏ ਉਤੇ ਅੰਦੋਲਨ ਖਤਮ ਕਰ ਦਿਆਂਗੇ ਜੀ ਆਪਦਾ। सर्दी भी बढ़ रही है, बुजुर्ग आदमी भी है। ਠੰਡ ਹੋਵੇ ਕੁਛ ਹੋਵੇ ਮੀਂਹ ਆਵੇ ਜੀ, ਹੁਣ ਤਾਂ ਐਂਡ ਹੀ ਹੈ ਜੀ। ਜਦੋਂ ਤੱਕ ਨਿਬੜਦਾ ਨਹੀਂ ਉਹਨਾਂ ਚਿਰ ਤਾਂ ਰਵਾਂਗੇ। बरसात से बिस्तरे भी गीले हो जाते थे। ਮਿਸਤਰੀ ਕਿਲੇ ਉਸੇ ਕਰਕੇ ਇਹ ਉਪਰਾਲਾ ਕੀਤਾ ਵੀ ਜੋ ਵੀ ਹੁਣ ਪਿੰਡਾਂ 'ਚ ਜਥੇ ਆ ਰਹੇ ਆ ਉਹ ਨਾਲ ਮੰਜਾਂ ਦੀ ਸੇਵਾ ਵੀ ਲੈ ਕੇ ਆਉਣ, ਆਪਦੇ 2 ਲੈ ਕੇ ਆਉਣ, 4 ਲੈ ਕੇ ਆਉਣ, 5 ਲੈ ਕੇ ਆਉਣ ਤਾਂ ਜੋ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਪੈ ਰਹੇ ਇੱਥੇ ਆ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਕਿਉਂ ਜਥਾ ਤਾਂ ਇੱਕ ਹਫ਼ਤੇ ਤੋਂ 10 ਦਿਨਾਂ ਤੋਂ ਆਉਂਦਾ ਰਹਿੰਦਾ, ਉਹ ਆਪਦੇ ਨਾਲ ਕੋਈ 2 ਜਾਂ 4 ਮੰਜੇ ਲੈ ਕੇ ਆਉਣਗੇ ਜਾਂ ਪਿੰਡਾਂ 'ਚੋਂ ਇਕੱਠੇ ਕਰਕੇ ਇਕੱਠੇ ਮੰਜੇ ਆ ਜਾਣ, ਉਹਦੇ ਨਾਲ ਸੌਖਾ ਹੋ ਜਾਂਦਾ ਜੀ। ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਡੀਆ ਗੇਟ ਵਿਖੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ $2,50,000 ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਨੇ ਇਸ ਅਪੀਲ ਨੂੰ ਨਵੀਂ ਦਿੱਲੀ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਵੱਖਵਾਦੀ ਤੱਤਾਂ ਦੀ ਮੌਜੂਦਗੀ ਸੰਬੰਧੀ ਆਪਣੇ ਦਾਅਵਿਆਂ ਦੀ ਹਮਾਇਤ ਕਰਨ ਲਈ ਦਸਤਾਵੇਜ਼ ਦੱਸਿਆ। ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਸਖਤ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਧਰੋਹ ਕਰਾਰ ਦਿੱਤਾ ਹੈ। ਚੌਧਰੀ ਨੇ ਇਸ ਦੇ ਨਾਲ ਹੀ ਕਿਸਾਨਾਂ ਨੂੰ 26 ਜਨਵਰੀ ਦੀ ਪ੍ਰਸਤਾਵਿਤ ਟਰੈਕਟਰ ਰੈਲੀ ਰੱਦ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਦੇਸ਼ ਦੇ ਸਨਮਾਨ ਨੂੰ ਠੇਸ ਪੁੱਜਦੀ ਹੈ। ਦੱਸ ਦਈਏ ਕਿ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਸ ਕੋਲ ਕੌਮੀ ਰਾਜਧਾਨੀ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨਾਂ ਵਿੱਚ ਖਾਲਿਸਤਾਨੀ ਹਮਾਇਤੀਆਂ ਦੀ ਮੌਜੂਦਗੀ ਦੀ ਖੂਫੀਆ ਤੇ ਭਰੋਸੇਯੋਗ ਜਾਣਕਾਰੀ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਲਗਾਏ ਜਾਣ ਵਾਲੇ ਮਾਘੀ ਮੇਲੇ ਦੇ ਦੂਜੇ ਦਿਨ ਅੱਜ ਲੱਖਾਂ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਨਤਮਸਤਕ ਹੋ ਕੇ ਗੁਰਬਾਣੀ ਦਾ ਰਸ ਮਾਣਿਆ। ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜਾਮ ਪੀਣ ਵਾਲੇ 40 ਮੁਕਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਉਹੀ ਯੋਧੇ ਸਨ ਜੋ ਮੁਗਲ ਫੌਜਾਂ ਨਾਲ ਲੋਹਾ ਲੈਂਦੇ ਹੋਏ ਮੁਕਤੀ ਪ੍ਰਾਪਤ ਕਰ ਗਏ ਸਨ। ਹਰ ਸਾਲ ਮਾਘੀ ਮੌਕੇ ਸਿੱਖਾਂ ਵੱਲੋਂ ਇਹਨਾਂ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਂਦਾ। ਪੰਜਾਬ ਗੁਰੂਆਂ ਅਤੇ ਪੀਰ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ। ਇੱਥੇ ਅਨੇਕਾਂ ਤਿਥ ਤਿਉਹਾਰ ਅਤੇ ਮੇਲੇ ਮਨਾਏ ਜਾਂਦੇ ਨੇ, ਜਿਨ੍ਹਾਂ ਵਿੱਚੋਂ ਸਾਲ ਦੇ ਸ਼ੁਰੂ ਵਿੱਚ ਹੀ ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਦੇ ਇਤਿਹਾਸ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਸ ਦਿਨ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਜੋੜ ਮੇਲਾ ਲੱਗਦਾ ਹੈ, ਜਿੱਥੇ ਲੱਖਾਂ ਸ਼ਰਧਾਲੂ ਇਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਨੇ। ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜਾਮ ਪੀਣ ਵਾਲੇ ਇਹ 40 ਮੁਕਤੇ ਭਾਵ 40 ਸਿੰਘ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਉਹੀ ਯੋਧੇ ਸਨ ਜੋ ਸ਼੍ਰੀ ਅਨੰਦਪੁਰ ਦੀ ਜੰਗ ਅਤੇ ਕਿਲੇ ਦੀ ਲਗਾਤਾਰ 8 ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਚਮਕੌਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਆਪਣੇ ਘਰਾਂ ਨੂੰ ਵਾਪਸ ਮੁੜ ਗਏ ਸਨ। ਪਰ ਮਾਝੇ ਦੀ ਮਹਾਨ ਔਰਤ ਮਾਈ ਭਾਗਕੌਰ ਵੱਲੋਂ ਵੰਗਾਰਨ ਉੱਤੇ ਮੁੜ ਇੱਥੇ ਆ ਕੇ ਮੁਗਲ ਫੌਜਾਂ ਨਾਲ ਲੋਹਾ ਲੈਂਦੇ ਹੋਏ ਮੁਕਤੀ ਪ੍ਰਾਪਤ ਕਰ ਗਏ ਸਨ। ਹਰ ਸਾਲ ਲੱਖਾਂ ਸ਼ਰਧਾਲੂ ਇਸ ਪਵਿੱਤਰ ਧਰਤੀ ਉੱਤੇ ਪਹੁੰਚ ਕੇ ਜਿੱਥੇ 40 ਮੁਕਤਿਆਂ ਨੂੰ ਸਜਦਾ ਕਰਦੇ ਨੇ, ਉੱਥੇ ਹੀ ਢਾਬ ਵਾਲੇ ਸਥਾਨ ਤੇ ਬਣੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕਰਦੇ ਨੇ। ਅਸੀਂ ਤਾਂ ਸਾਨੂੰ 20 ਸਾਲ ਹੋ ਗਏ ਇੱਥੇ ਆਉਣ ਦਰਸ਼ਨ ਕਰਨ ਮਹਾਰਾਜ ਦੀ ਕਿਰਪਾ ਨਾਲ। ਇੱਕ ਇਤਿਹਾਸ ਗੁਰਦੁਆਰਾ ਸਾਹਿਬ ਜਾਣੇ ਬੱਚੇ ਬਾਰੇ ਨੇ, ਆਪਦੇ ਪਰਿਵਾਰ ਬਾਰੇ ਨੇ, ਬਹੁਤ ਵਧੀਆ। ਆ ਭਾਈ ਮਹਾਂ ਸਿੰਘ ਦਾ ਬਦਾਵਾ ਪੜਿਆ ਐਂਡ ਤੇ ਆ ਕੇ ਦੇਖੋ ਕਿੰਨੀ ਵੱਡੀ ਕੁਰਬਾਨੀ ਦਿੱਤੀ ਆ। ਚੁੰਨੀਆਂ ਲਾਓ ਸਿਰ ਤੇ, ਪੱਗਾਂ ਸਜਾਓ, ਹੱਥ ਬੰਨ੍ਹ ਕੇ ਬੇਨਤੀ ਆ ਸਿਰ ਦੇ ਰੋਮ ਨਾ ਵੇਚੋ, ਸਿਰ ਦੇ ਨਾ ਰੋਮ ਵੇਚੋ। 5 ਰੁਪਈਆਂ ਦੀ ਕੌਲੀ ਪਿੱਛੇ ਤੁਹਾਡੇ ਸਿਰ ਦੀ ਇੱਜ਼ਤ ਲੈ ਜਾਂਦੇ ਨੇ ਸਾਰੀ। ਇਹਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਵਾਲੇ ਵੀਰਾਂ ਨੂੰ ਵੀ ਸਿਰ ਦੇ ਨਾ ਰੋਮ ਵੇਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਲਗਾਤਾਰ 3 ਦਿਨ ਚੱਲਣ ਵਾਲੇ ਸਮਾਗਮਾਂ ਦੇ ਅੰਤਮ ਦਿਨ ਵਿਸ਼ਾਲ ਨਗਰ ਕੀਰਤਨ ਕੱਟਿਆ ਜਾਵੇਗਾ, ਜਿਸ ਵਿੱਚ ਨਿਹੰਗ ਸਿੰਘਾਂ ਦੀਆਂ ਫੌਜਾਂ ਘੋੜਿਆਂ ਉੱਤੇ ਸ਼ਸਤਰਾਂ ਦਾ ਪ੍ਰਦਰਸ਼ਨ ਕਰਨਗੀਆਂ। ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿੱਚ ਕਾਂਗਰਸ ਦੇ 2 ਗੁੱਟਾਂ ਦਰਮਿਆਨ ਖੂਨੀ ਝੜਪ ਹੋ ਗਈ। ਇਸ ਝੜਪ ਦਰਮਿਆਨ ਦੋਹਾਂ ਗੁੱਟਾਂ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਗਈਆਂ, ਜਿਸ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਇਹਨਾਂ ਵਿਚਕਾਰ ਤਕਰਾਰ ਹੋਈ ਸੀ। ਇਸ ਤੋਂ ਬਾਅਦ ਸੈਂਕੜੇ ਦੀ ਤਾਦਾਦ 'ਚ ਗੋਲੀਆਂ ਚੱਲੀਆਂ
ਅਤੇ ਕਈ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮੱਛਰਾਲਾ ਵਿੱਚ ਸਿਆਸੀ ਰੰਜਿਸ਼ ਕਾਰਨ ਅੱਜ 2 ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿੱਚ ਪਿੰਡ ਦੀ ਸਰਪੰਚ ਦਾ ਲੜਕਾ ਮਨਜੀਤ ਸਿੰਘ ਅਤੇ ਦੂਜੀ ਧਿਰ ਦਾ ਹਰਦਿਆਲ ਸਿੰਘ ਸ਼ਾਮਲ ਹੈ। ਘਟਨਾ ਸਵੇਰੇ 8 ਵਜੇ ਦੇ ਕਰੀਬ ਦੀ ਹੈ, ਜਦੋਂ ਮਨਜੀਤ ਸਿੰਘ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਿਹਾ ਸੀ ਤਾਂ ਦੂਜੀ ਧਿਰ ਦੇ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਗੋਲੀਆਂ ਮਾਰ ਦਿੱਤੀਆਂ। ਉਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਕਾਰਨ ਹਰਦਿਆਲ ਸਿੰਘ ਨੂੰ ਗੋਲੀਆਂ ਲੱਗੀਆਂ। ਹਾਲਤ ਗੰਭੀਰ ਹੋਣ ਕਾਰਨ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਅਲੱਗ-ਅਲੱਗ ਹਸਪਤਾਲਾਂ 'ਚ ਦੋਵਾਂ ਦੀ ਮੌਤ ਹੋ ਗਈ। ਘਟਨਾ ਵਿੱਚ ਮਨਜੀਤ ਸਿੰਘ ਦਾ ਛੋਟਾ ਭਰਾ ਦਲਜੀਤ ਸਿੰਘ ਵੀ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜੀ ਕੋਈ ਇਹਨਾਂ ਦੀ ਆਪਸ 'ਚ ਹੀ ਸ਼ਰੀਕੇਬਾਜ਼ੀ ਸੀਗੀ, ਉਹਦੀ ਕੋਈ ਲਾਟ ਡਾਟ ਕਰਕੇ ਇਹਨਾਂ ਦਾ ਮਰਡਰ ਹੋਇਆ। ਜਿਹੜੀ ਫਰਦਰ ਇਨਵੈਸਟੀਗੇਸ਼ਨ ਜਾ ਰਹੀ ਹੈ, ਅਜੇ ਤੱਕ ਸਟੇਟਮੈਂਟ ਲੈਣ ਗਏ ਨੇ ਔਰ FIR ਲੌਂਚ ਕਰਕੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਉਹ ਚੱਲੇਗੀ। ਇਹਨਾਂ ਨੂੰ ਪੋਸਟਮਾਰਟਮ ਲਈ ਕਿੱਥੇ ਭੇਜਿਆ ਗਿਆ ਜੀ? ਇਹਨਾਂ ਨੂੰ ਔਨ ਦਾ ਸਪੌਟ ਜਦੋਂ ਇਹ ਇੰਸੀਡੈਂਟ ਹੋਇਆ ਸੀਗਾ, ਇਹਨਾਂ ਨੂੰ ਰੈਫਰ ਕਰ ਦਿੱਤਾ ਸੀਗਾ ਅੰਮ੍ਰਿਤਸਰ ਜੀ। ਅੰਮ੍ਰਿਤਸਰ ਇਹ ਦੋਨੋਂ ਅਲੱਗ-ਅਲੱਗ ਹਸਪੀਟਲ ਦੇ ਵਿੱਚ ਨਾ ਡੈਥ ਹੋ ਗਈ ਜੀ। ਪੋਸਟਮਾਰਟਮ ਆਫਟਰ FIR ਉੱਥੇ ਹੀ ਹੋਈ। ਘਟਨਾ ਤੋਂ ਬਾਅਦ ਪਿੰਡ ਮੱਛਰਾਲਾ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਪ੍ਰਸ਼ਾਸਨ ਨੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਿੰਡ 'ਚ ਤਾਇਨਾਤ ਕੀਤੀ ਹੋਈ ਹੈ। ਸ਼੍ਰੀਨਗਰ ਦੀ ਰਹਿਣ ਵਾਲੀ ਸਾਇਮਾ ਉਬੇਦ ਪਾਵਰ ਲਿਫਟਿੰਗ ਚੈਂਪੀਅਨ ਬਣ ਗਈ ਹੈ। ਸਾਇਮਾ ਨੇ ਸਟੇਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਅਜਿਹਾ ਕਰਨ ਵਾਲੀ ਉਹ ਪਹਿਲੀ ਕਸ਼ਮੀਰੀ ਔਰਤ ਹੈ। ਸਾਇਮਾ ਨੂੰ ਇਸ ਦੇ ਲਈ ਟ੍ਰੇਨਿੰਗ ਉਹਨਾਂ ਦੇ ਪਤੀ ਵੱਲੋਂ ਦਿੱਤੀ ਗਈ ਅਤੇ ਉਹੀ ਸਾਇਮਾ ਦੇ ਪ੍ਰੇਰਨਾ ਸਰੋਤ ਨੇ। ਸਾਇਮਾ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਮੌਕਾ ਮਿਲਣ ਤੇ ਉਹ ਵੱਡੇ ਤੋਂ ਵੱਡੇ ਮੁਕਾਮ ਵੀ ਹਾਸਲ ਕਰ ਸਕਦੀਆਂ ਨੇ। अस्सलाम वालेकुम जी, मेरा नाम साइमा है। मैं डलगेट से हूँ, श्रीनगर डलगेट से। मैं एक पावर लिफ्टर हूँ और मैं फ़िटनेस ट्रेनर भी हूँ जी। मेरा ये शौक़ मेरी एंगेजमेंट के बाद से बढ़ा। मेरी इंस्पिरेशन मेरे हस्बैंड है और वही मेरे ट्रेनर भी है। वही मुझे पावर लिफ्टिंग भी सिखाते हैं और वही मुझे वेट लूज़ ट्रेनिंग भी दे रहे हैं। पहले से ही उन्होंने ही मुझे ट्रेन किया हुआ है। मैंने पावर लिफ्टिंग का कंपटीशन जीता है कश्मीर में, जो पहली बार हुआ है। KPS कश्मीर पावर लिफ्टिंग एसोसिएशन जो है, जिन्होंने हमें ये प्लेटफॉर्म दिया कि लड़कियां भी अपना टैलेंट दिखा सकती है इस फील्ड में, पावर लिफ्टिंग के फील्ड में। ये यहाँ पहला कंपटीशन हुआ है। अल्हम्दुलिल्लाह मैंने इसमें गोल्ड निकाला और फर्स्ट प्लेस निकाली है मैंने। तो ये प्लेटफॉर्म हमें उन्होंने दिया ताकि लड़कियां भी ये दिखा सके कि नहीं, हम भी पावर लिफ्टिंग कर सकते हैं। यहाँ कंसेप्ट है कश्मीर में कि नहीं, लड़कियाँ नहीं कर सकती है पावर लिफ्टिंग, बट वो कंसेप्ट मैं निकालना चाहती थी उन लोगों का जो बोलते हैं कि लड़कियाँ पावर लिफ्टिंग नहीं कर सकती। सोसाइटी का काफ़ी डर था पहले, जब मैंने सुना यहाँ कश्मीर में पावर लिफ्टिंग कंपटीशन हो रहा है लड़कियों का, काफ़ी डर था। बट मेरे हस्बैंड ने मुझे काफ़ी सपोर्ट किया। उन्होंने मुझे बोला, जब आज लड़कियाँ हर स्पोर्ट में अपना नाम बना रही है तो इस स्पोर्ट में क्यों नहीं, आप जाओ, आप अपना बेस्ट दो। तो अल्हम्दुलिल्लाह मैंने अपना बेस्ट दिया और उसी का मुझे फल एक हिसाब से मिला। मैंने गोल्ड निकाला और काफ़ी सपोर्ट मिला। वहाँ भी कुछ लोग थे जिन्होंने काफ़ी सपोर्ट किया। मेरे इन लॉज वो मुझे सपोर्ट कर रहे, मेरे हस्बैंड वो मुझे सपोर्ट कर रहे, तब जाके मैं आगे बढ़ रही हूँ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਅੱਜ ਦੀਆਂ ਮੁੱਖ ਖਬਰਾਂ ਤੇ। ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਲਈ ਬਣਾਈ ਕਮੇਟੀ ਨੂੰ ਝਟਕਾ। ਭੁਪਿੰਦਰ ਸਿੰਘ ਮਾਨ ਨੇ ਕੀਤਾ ਕਮੇਟੀ ਤੋਂ ਅਲੱਗ ਹੋਣ ਦਾ ਐਲਾਨ। ਉਧਰ ਮਾਨ ਦੀ ਆਪਣੀ ਹੀ ਜਥੇਬੰਦੀ ਨੇ ਤੋੜਿਆ ਉਹਨਾਂ ਨਾਲੋਂ ਨਾਤਾ। ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੇ ਸਿਆਸਤ ਵੀ ਭਖੀ। ਸੁਖਬੀਰ ਬਾਦਲ ਨੇ ਕੈਪਟਨ ਤੇ ਲਗਾਏ 2 ਮੈਂਬਰਾਂ ਨੂੰ ਕਮੇਟੀ 'ਚ ਸ਼ਾਮਲ ਕਰਵਾਉਣ ਦੇ ਦੋਸ਼। ਪੰਜਾਬ ਕਾਂਗਰਸ ਨੇ ਦਿੱਤਾ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ। ਹਰਿਆਣਾ ਦੇ ਕਿਸਾਨਾਂ ਦਾ ਐਲਾਨ। 26 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਲਹਿਰਾਉਣ ਦੇਣਗੇ ਝੰਡਾ। ਰਾਜਪਾਲ ਨੇ ਕਿਸਾਨਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰਨ ਦੀ ਕੀਤੀ ਅਪੀਲ। ਸਾਧੂ ਸਿੰਘ ਧਰਮਸੋਤ ਨੇ ਵਿੰਨਿਆ ਹੇਮਾ ਮਾਲਿਨੀ ਤੇ ਨਿਸ਼ਾਨਾ। ਧਰਮਸੋਤ ਨੇ ਕਿਹਾ, ਹੇਮਾ ਮਾਲਿਨੀ ਨੂੰ ਕਿਸਾਨੀ ਬਾਰੇ ਕੋਈ ਪਤਾ ਨਹੀਂ, ਆਪਣੇ ਆਪ ਨੂੰ ਜ਼ਿਆਦਾ ਦਿਮਾਗ ਵਾਲੀ ਸਮਝਣ ਦੀ ਗਲਤਫਹਿਮੀ ਨਾ ਪਾਲੇ ਹੇਮਾ ਮਾਲਿਨੀ।
ਅਤੇ ਅੱਜ ਮਾਘੀ ਮੌਕੇ ਲੱਖਾਂ ਸ਼ਰਧਾਲੂ ਹੋਏ ਗੁਰੂ ਘਰਾਂ 'ਚ ਨਤਮਸਤਕ। ਸ੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀ ਗਈ 40 ਮੁਕਤਿਆਂ ਨੂੰ ਸ਼ਰਧਾਂਜਲੀ। ਸੰਗਤਾਂ ਨੇ ਠੰਡੇ ਪਾਣੀ 'ਚ ਕੀਤਾ ਇਸ਼ਨਾਨ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੋਂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।